ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਚਨਕਾਰ ਲਾਲਾ ਦੌਲਤ ਰਾਏ ਜੀ ਆਰੀਆ ਸਮਾਜੀ ਵਿਚਾਰਧਾਰਾ ਨਾਲ ਓਤ-ਪੋਤ ਸਨ। ਤਾਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੀਮਤ ਦੇਸ਼ ਭਗਤ, ਵਿਸ਼ੇਸ਼ ਜਾਤ ਵਰਣ ਧਰਮ ਦੇ ਸੁਧਾਰਕ ਅਤੇ ਸੁਰੱਖਿਅਕ ਭਾਵਨਾ ਤੱਕ ਸੀਮਤ ਸਮਝਦੇ ਹਨ। ਫਿਰ ਵੀ ਹਿੰਦੂ ਮਤ ਦੀ ਸਰਵਕਾਲਕ ਮੌਕਾ ਪ੍ਰਸਤੀ, ਭਰਾ ਮਾਰੂ ਬਿਰਤੀ, ਵਰਣ ਵੰਡ ਦੇ ਚਿੱਕੜ ਚ ਗਲਤਾਨ, ਬਹੁਦੇਵ ਪੂਜਾ, ਵਹਿਮਾਂ ਭਰਮਾਂ ਦੀ ਤਿਲਕਣ ਅਤੇ ਅਕਿਰਤਕਣਤਾ ਦੀ ਤਸਵੀਰ ਨੂੰ ਬਾਖੂਬੀ ਬਿਆਨ ਕਰਦੇ ਹਨ। ਸਮੁੱਚੇ ਮਜ਼ਮੂਨ ਨੂੰ ਮੂਲ ਉਰਦੂ ਦੀ ਵੱਡ ਆਕਾਰੀ ਰਚਨਾ ਵਿੱਚੋਂ ਯਥਾ ਸੰਭਵ ਸੋਧ ਕੇ ਗੁਰਮੁਖੀ ਉਲੱਥੇ ਨੂੰ ਲਗਭਗ ਪੌਣੇ 200 ਸਫ਼ਿਆਂ 'ਚ ਸਮੇਟਿਆ ਗਿਆ ਹੈ। ਲਾਲਾ ਦੌਲਤ ਰਾਏ ਦੀ ਜੁਰਤ ਨੂੰ ਪ੍ਰਣਾਮ ਕਰਦੇ ਹਾਂ। ਅਜਿਹੀ ਸੰਜੀਦਾ, ਜਜ਼ਬਾਤੀ ਅਤੇ ਜ਼ਾਬਤੇ 'ਚ ਘੜੀ ਗਈ ਰਚਨਾ ਨੂੰ ਆਪਣੀ ਆਵਾਜ਼ ਦੇ ਰਹੇ ਹਨ ਸਿੱਖ ਜਗਤ ਦੇ ਮਹਾਨ ਵਿਦਵਾਨ ਗਿਆਨੀ ਜੋਗਿੰਦਰ ਸਿੰਘ ਜੀ ਆਜ਼ਾਦ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਗੁਰੂ ਤੇਗ ਬਹਾਦਰ ਜੀ ਜੋਧਪੁਰ ਦੇ ਰਾਜੇ ਨਾਲ ਬੰਗਾਲ ਵੱਲ ਆਪਣੀ ਮਰਜ਼ੀ ਜਾਂ ਔਰੰਗਜ਼ੇਬ ਦੇ ਭੇਜੇ ਹੋਏ ਗਏ ਸਨ, ਗੁਰੂ ਜੀ ਆਪਣੇ ਧਰਮ ਪਤਨੀ ਤੇ ਮਾਤਾ ਨਾਨਕੀ ਜੀ ਨੂੰ ਕਿਰਪਾਲ ਚੰਦ ਜੀ ਸਮੇਤ ਪਟਨੇ ਛੱਡ ਗਏ, ਕਿਉਂਕਿ ਉਸ ਸਮੇਂ ਮਾਤਾ ਗੁਜਰੀ ਜੀ ਗਰਭਵਤੀ ਸਨ ਅਤੇ ਗੁਰੂ ਜੀ ਆਪ ਰਾਜੇ ਦੇ ਨਾਲ ਅਸਾਮ ਵੱਲ ਚਲੇ ਗਏ। ਸੰਮਤ 1723 ਬਿਕਰਮੀ 17-18 ਪੋਹ ਸ਼ਨੀਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ 1:30 ਪਹਿਰ ਬਾਕੀ ਸੀ ਕਿ ਪਟਨੇ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਸੁਪੁੱਤਰ ਪੈਦਾ ਹੋਇਆ, ਜਿਸ ਦਾ ਨਾਮ ਗੋਬਿੰਦ ਰੱਖਿਆ ਗਿਆ। ਗੁਰੂ ਤੇਗ ਬਹਾਦਰ ਜੀ ਖੁਦ ਆਦੇਸ਼ ਦੇ ਗਏ ਸਨ ਕਿ ਜੇ ਲੜਕਾ ਪੈਦਾ ਹੋਵੇ ਤਾਂ ਉਸ ਦਾ ਨਾਂ ਗੋਬਿੰਦ ਰੱਖਿਆ ਜਾਵੇ। ਉਹਨਾਂ ਦੇ ਜਨਮ ਸੰਬੰਧੀ ਉਹਨਾਂ ਦੇ ਸਿੱਖਾਂ ਨੇ ਕਈ ਤਰ੍ਹਾਂ ਦੀਆਂ ਕਰਾਮਾਤਾਂ ਲਿਖੀਆਂ ਹੋਈਆਂ ਹਨ, ਜਿਵੇਂ ਕਿ ਹੋਰ ਧਰਮਾਂ ਵਾਲੇ ਵੀ ਆਪਣੇ ਰਹਿਬਰਾਂ ਪੈਗੰਬਰਾਂ ਬਾਰੇ ਆਮ ਲਿਖਦੇ ਹਨ, ਪਰ ਇਸ ਵਿੱਚ ਕੇਵਲ ਸ਼ਰਧਾਲੂਆਂ ਤੇ ਸਿੱਖਾਂ ਦੀ ਸ਼ਰਧਾ ਭਾਵਨਾ ਤੇ ਉਤਸ਼ਾਹ ਹੀ ਲੁਕਿਆ ਹੁੰਦਾ ਹੈ, ਸੱਚਾਈ ਕੁਝ ਘੱਟ ਹੀ ਹੁੰਦੀ ਹੈ। ਇਸੇ ਕਰਕੇ ਇੱਥੇ ਅਜਿਹੀਆਂ ਕਰਾਮਾਤਾਂ ਦਾ ਵਰਣਨ ਕਰਨ ਦੀ ਵਿਸ਼ੇਸ਼ ਲੋੜ ਨਹੀਂ ਭਾਸਦੀ। ਜਦੋਂ ਗੋਬਿੰਦ ਜੀ ਕੁਝ ਵੱਡੇ ਹੋਏ ਅਤੇ ਆਪਣੇ ਸਾਥੀਆਂ ਨਾਲ ਖੇਲਣ ਕੁੱਦਣ ਲੱਗੇ ਤਾਂ ਉਹਨਾਂ ਦੀ ਸਭ ਤੋਂ ਪਿਆਰੀ ਖੇਡ ਇਹ ਸੀ ਕਿ ਉਹ ਮੁੰਡਿਆਂ ਨੂੰ ਆਪਸ ਵਿੱਚ ਟੋਲੀਆਂ ਬਣਾ ਕੇ ਬਕਾਇਦਾ ਜੰਗ ਕਰਾਉਂਦੇ ਸਨ। ਤੀਰ ਕਮਾਨ ਤੇ ਗੁਲੇਲੇ ਦੇ ਨਿਸ਼ਾਨੇ ਵੀ ਲਾਉਂਦੇ ਸਨ ਔਰ ਇਹਨਾਂ ਖੇਡਾਂ ਦੇ ਉਹ ਸ਼ੌਕੀਨ ਸਨ। ਗੁਰੂ ਜੀ ਦਾ ਸੁਪੁੱਤਰ ਜਾਣ ਕੇ ਲੋਕ ਉਹਨਾਂ ਦਾ ਬੜਾ ਹੀ ਸਨਮਾਨ ਕਰਦੇ ਤੇ ਲੜਕੇ ਵੀ ਖੇਡਾਂ ਵਿੱਚ ਉਹਨਾਂ ਦਾ ਆਦਰ ਕਰਦੇ ਸਨ। ਜਦੋਂ ਮੁੰਡੇ ਫੌਜਾਂ ਦੀਆਂ ਨਕਲਾਂ ਉਤਾਰਦੇ ਤਾਂ ਗੋਬਿੰਦ ਦੇ ਹਿੱਸੇ ਸੈਨਾਪਤੀ ਜਾਂ ਬਾਦਸ਼ਾਹ ਦਾ ਪਾਰਟ ਹੀ ਆਉਂਦਾ। ਕਦੇ ਉਹ ਅਦਾਲਤਾਂ ਦੀ ਨਕਲ ਲਾ ਕੇ ਲੜਕਿਆਂ ਦਾ ਇਨਸਾਫ ਕਰਦੇ, ਕਦੇ ਦਰਬਾਰ ਲਾਉਂਦੇ ਔਰ ਉੱਥੇ ਆਪਣੇ ਅਧਿਆਤਮਿਕ ਦਰਸ਼ਨ ਦਿੰਦੇ। ਫਿਰ ਬੱਚਿਆਂ ਦੇ ਨਾਲ ਗੁਲੇਲੇ ਰਾਹੀਂ ਨਿਸ਼ਾਨੇ ਦੀ ਮਸ਼ਕ ਉਹ ਖੁਦ ਵੀ ਕਰਦੇ ਤੇ ਆਪਣੇ ਸਾਥੀਆਂ ਨੂੰ ਵੀ ਕਰਾਉਂਦੇ। ਕਦੇ ਕਦੇ
ਜਦ ਔਰਤਾਂ ਖਾਲੀ ਘੜੇ ਸਿਰਾਂ ਤੇ ਰੱਖ ਕੇ ਖੂਹਾਂ ਜਾਂ ਦਰਿਆਵਾਂ ਤੋਂ ਪਾਣੀ ਭਰਨ ਜਾਂਦੀਆਂ ਤਾਂ ਉਹਨਾਂ ਦੇ ਘੜਿਆਂ ਦੇ ਨਿਸ਼ਾਨੇ ਵੀ ਫੁੰਡਦੇ ਤੇ ਘੜੇ ਤੋੜ ਦਿੰਦੇ। ਔਰਤਾਂ ਉਹਨਾਂ ਦੀ ਇਸ ਖੇਡ ਤੋਂ ਤੰਗ ਆ ਕੇ ਉਹਨਾਂ ਦੀ ਦਾਦੀ ਮਾਤਾ ਨਾਨਕੀ ਜੀ ਪਾਸ ਸ਼ਿਕਾਇਤ ਕਰਦੀਆਂ ਤੇ ਦਾਦੀ ਮਾਂ ਉਹਨਾਂ ਨੂੰ ਡਾਂਟਦੀ ਵੀ ਸੀ। ਛੋਟੀ ਉਮਰ ਤੋਂ ਹੀ ਬੜੇ ਨਿਡਰ ਸਨ। ਉਹਨਾਂ ਬਾਰੇ ਬਚਪਨ ਦੀ ਇੱਕ ਕਹਾਣੀ ਪ੍ਰਸਿੱਧ ਹੈ। ਇੱਕ ਦਿਨ ਉਹ ਮੁੰਡਿਆਂ ਨਾਲ ਖੇਡ ਰਹੇ ਸਨ ਤੇ ਉਸੇ ਪਾਸਿਓਂ ਪਟਨੇ ਦੇ ਨਵਾਬ ਦੀ ਸਵਾਰੀ ਗੁਜ਼ਰੀ। ਚੌਬਦਾਰ ਨੇ ਮੁੰਡਿਆਂ ਨੂੰ ਵੇਖ ਕੇ ਆਖਿਆ, ਇਹ ਬੱਚਿਓ, ਨਵਾਬ ਸਾਹਿਬ ਦੀ ਸਵਾਰੀ ਆ ਰਹੀ ਹੈ, ਉਹਨਾਂ ਨੂੰ ਸਲਾਮ ਕਰੋ। ਗੋਬਿੰਦ ਰਾਏ ਨੇ ਮੁੰਡਿਆਂ ਨੂੰ ਸੰਬੋਧਨ ਕਰਕੇ ਆਖਿਆ ਕਿ ਨਹੀਂ, ਸਲਾਮ ਨਹੀਂ ਕਰਨਾ, ਸਗੋਂ ਮੂੰਹ ਚੜਾਓ। ਮੁੰਡਿਆਂ ਨੇ ਉਸੇ ਤਰ੍ਹਾਂ ਕੀਤਾ ਤੇ ਨੱਸ ਗਏ। ਬਚਪਨ ਵਿੱਚ ਹੀ ਬੜੇ ਚੰਚਲ ਤੇ ਨਿਡਰ ਸਨ। ਗੁਲੇਲਬਾਜ਼ੀ ਦੇ ਬੜੇ ਪ੍ਰਬੀਨ ਤੇ ਸ਼ੌਕੀਨ ਸਨ। ਜਦੋਂ ਗੁਰੂ ਤੇਗ ਬਹਾਦਰ ਜੀ ਪੰਜਾਬ ਪਰਤੇ ਤਾਂ ਆਪਣੇ ਪਰਿਵਾਰ ਨੂੰ ਪਟਨੇ ਹੀ ਛੱਡ ਆਏ। ਪੰਜਾਬ ਪਹੁੰਚ ਕੇ ਉਹਨਾਂ ਆਨੰਦਪੁਰ ਨਾਮੀ ਪਿੰਡ ਵਸਾਇਆ ਤੇ ਫਿਰ ਪਿੱਛੋਂ ਆਪਣੇ ਪਰਿਵਾਰ ਨੂੰ ਵੀ ਪਟਨੇ ਤੋਂ ਬੁਲਾ ਲਿਆ। ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਸਮੇਂ ਦੇ ਸਾਰੇ ਹਾਲਾਤ ਮੌਜੂਦ ਸਨ। ਗੱਦੀ ਨਸ਼ੀਨੀ ਵੀ ਹੁਣ ਕਈ ਤਰ੍ਹਾਂ ਦੇ ਝਗੜੇ ਤੇ ਈਰਖਾ ਪੈਦਾ ਕਰ ਚੁੱਕੀ ਸੀ। ਇਸੇ ਵਾਸਤੇ ਉਹਨਾਂ ਆਪਣੇ ਬੱਚੇ ਗੋਬਿੰਦ ਨੂੰ ਧਾਰਮਿਕ ਵਿਦਿਆ ਦੇ ਨਾਲ ਹਰ ਤਰ੍ਹਾਂ ਦੀ ਜੰਗੀ ਵਿਦਿਆ, ਸ਼ਸਤਰ ਵਿਦਿਆ, ਸ਼ਾਸਤਰ ਵਿਦਿਆ ਤੇ ਘੋੜ ਸਵਾਰੀ ਦੀ ਸਿਖਲਾਈ ਵੀ ਦਿੱਤੀ। ਫਾਰਸੀ ਪੜ੍ਹਾਉਣ ਵੱਲ ਵੀ ਖਾਸ ਧਿਆਨ ਦਿੱਤਾ। ਜਿਸ ਤਰ੍ਹਾਂ ਦੀ ਵਿਦਿਆ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਦੂਰ ਅੰਦੇਸੀ ਨਾਲ ਦਿਵਾਈ, ਉਸ ਦਾ ਸਿੱਟਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ ਬਹੁਤ ਹੀ ਗੁਣਕਾਰੀ ਸਾਬਤ ਹੋਇਆ। ਜਦੋਂ ਗੋਬਿੰਦ ਰਾਏ ਅਜੇ ਵਿਦਿਆ ਪ੍ਰਾਪਤ ਕਰ ਰਹੇ ਸਨ, ਸੈਰ ਤੇ ਸ਼ਿਕਾਰ ਦੇ ਸ਼ੁਗਲ ਵਿੱਚ ਹੀ ਸਨ ਕਿ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਇੱਕ ਅਦੁੱਤੀ ਕੁਰਬਾਨੀ ਦੀ ਤਿਆਰੀ ਵਿੱਚ ਸਨ, ਜਿਸ ਨੂੰ ਜ਼ਮਾਨਾ ਚਿਰਾਂ ਤੋਂ ਉਡੀਕ ਰਿਹਾ ਸੀ। ਸਮਾਂ ਔਰੰਗਜ਼ੇਬ ਦੇ ਰਾਜ ਦਾ ਸੀ ਤੇ ਉਹ ਇਸ ਗੱਲ ਤੇ ਤੁਲਿਆ ਪਿਆ ਸੀ ਕਿ ਜਿਸ ਤਰ੍ਹਾਂ ਵੀ ਹੋ ਸਕੇ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾ ਕੇ ਇੱਕ ਵਰਨ ਕਰ ਦੇਵੇ, ਤੇ ਇਸ ਲਈ ਉਹ ਹਰ ਤਰ੍ਹਾਂ ਦਾ ਜ਼ਬਰ ਜ਼ੋਰ ਤੇ ਜ਼ੁਲਮ ਵਰਤ ਰਿਹਾ ਸੀ। ਉਸ ਨੇ ਪਿੰਡਾਂ ਦੇ ਪਿੰਡ ਮੁਸਲਮਾਨ ਬਣਾ ਲਏ ਸਨ। ਸੱਚ ਤਾਂ ਇਹ ਹੈ ਕਿ ਉਸ ਸਮੇਂ ਉੱਚ ਜਾਤੀਏ ਤੇ ਆਮ ਸਾਰੇ ਹਿੰਦੂ ਹੀ ਮੁਸਲਮਾਨਾਂ ਦੇ ਅਕਹੇ ਤੇ ਅਸਹੇ ਜ਼ੁਲਮਾਂ ਤੋਂ ਅੱਕੇ ਥੱਕੇ ਪਏ ਸਨ। ਹਿੰਦੂ ਧਰਮ ਵਿੱਚ ਫੁੱਟ ਤੇ ਦੁਰਬਲਤਾ ਇਤਨੀ ਜ਼ਿਆਦਾ ਸੀ ਕਿ ਉਹਨਾਂ ਦੀ ਸੁਖ ਸ਼ਾਂਤੀ ਖਤਮ ਹੋ ਚੁੱਕੀ ਸੀ। ਵੱਡੀਆਂ ਕੌਮਾਂ ਉਹਨਾਂ ਨਾਲ ਘਿਰਣਾ ਕਰਦੀਆਂ ਸਨ। ਉਹਨਾਂ ਵਿੱਚ ਕੌਮੀ ਏਕਤਾ ਤੇ ਸਾਂਝ ਦਾ ਬਲ ਅਜਿਹਾ ਨਹੀਂ ਸੀ ਕਿ ਉਹ ਸੁਖ ਆਰਾਮ ਦਾ ਜੀਵਨ ਜੀ ਸਕਣ ਜਾਂ ਆਪਣੇ ਬਚਾਅ ਦੇ ਉਪਾਅ ਸੋਚ ਸਕਣ। ਇਸਲਾਮ ਵਿੱਚ ਪ੍ਰਵੇਸ਼ ਕਰਨ ਨਾਲ ਉਹ ਜੇਤੂ ਤੇ ਹਾਕਮ ਟੋਲੇ ਦੇ ਮੈਂਬਰ ਬਣ ਜਾਂਦੇ ਸਨ। ਹਿੰਦੂ ਧਰਮ ਦੀਆਂ ਸਾਰੀਆਂ ਬੁਰਾਈਆਂ ਤੇ ਮਿਲ ਰਹੇ ਤਸੀਹਾਂ ਤੋਂ ਖਲਾਸੀ ਹੋ ਜਾਂਦੀ ਸੀ। ਹਿੰਦੂ ਧਰਮ ਦੀਆਂ ਕਮਜ਼ੋਰੀਆਂ ਅਤੇ ਊਚ ਨੀਚ ਦੇ ਵਿਤਕਰੇ ਤੇ ਘਿਰਣਾ ਆਦਤ ਤੋਂ ਸਦਾ ਲਈ ਛੁਟਕਾਰਾ ਮਿਲ ਜਾਂਦਾ ਸੀ। ਇਸੇ ਲਈ ਨੀਵੀਆਂ ਜਾਤਾਂ ਨੇ ਹਿੰਦੂ ਧਰਮ ਦੇ ਟਾਕਰੇ ਵਿੱਚ ਇਸਲਾਮ ਨੂੰ ਰਹਿਮਤ ਸਮਝਿਆ ਤੇ ਪ੍ਰਸੰਨਤਾ ਨਾਲ ਇਸਲਾਮ ਵਿੱਚ ਪ੍ਰਵੇਸ਼ ਕਰਨ ਲੱਗ ਪਏ। ਇਹਨਾਂ ਪ੍ਰਵਿਰਤੀਆਂ ਕਾਰਨ ਉਹਨਾਂ ਨੂੰ ਜਬਰਨ ਮੁਸਲਮਾਨ ਬਣਾਉਣ ਲਈ ਔਰੰਗਜ਼ੇਬ ਦਾ ਕੋਈ ਖਾਸ ਧਿਆਨ ਨਹੀਂ ਸੀ। ਉਹ ਤਾਂ ਆਪਣੇ ਆਪ ਹੀ ਆਪਣੀ ਗੁਲਾਮੀ ਤੋਂ ਆਜ਼ਾਦੀ ਪਾਉਣ ਖਾਤਰ ਖਿੱਚੀ ਚਲੇ ਆਉਂਦੇ ਸਨ। ਔਰੰਗਜ਼ੇਬ ਤਾਂ ਉੱਚੀਆਂ ਜਾਤਾਂ, ਖਾਸ ਕਰਕੇ ਖੱਤਰੀਆਂ ਤੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਇਹੀ ਕਾਰਨ ਸੀ ਕਿ ਕਸ਼ਮੀਰ ਵਿੱਚ ਮੁਸਲਮਾਨ ਬਣਾਉਣ ਲਈ ਉਸ ਨੇ ਸਾਰਾ ਟਿੱਲ ਲਾ ਦਿੱਤਾ ਤੇ ਸਾਰੀ ਤਾਕਤ ਖਰਚ ਕਰ ਦਿੱਤੀ। ਕਸ਼ਮੀਰ ਵਿੱਚ ਕਈ ਬ੍ਰਾਹਮਣਾਂ ਨੇ ਹਿੰਦੂ ਧਰਮ ਤੇ ਆ ਕੇ ਇਸਲਾਮ ਧਾਰਨ ਕਰਨ ਤੋਂ ਇਨਕਾਰ ਕਰ ਦਿੱਤਾ।
ਉਸਨੇ ਉਹਨਾਂ ਤੇ ਜ਼ੁਲਮ ਢਾਏ ਤੇ ਉਹਨਾਂ ਨੂੰ ਦਿੱਲੀ ਦਰਬਾਰ ਵਿੱਚ ਬੁਲਾਇਆ। ਇਸੇ ਸਮੇਂ ਤੱਕ ਸਿੱਖਾਂ ਦੀ ਹਾਲਤ ਕਾਫੀ ਚੰਗੀ ਤੇ ਮਜ਼ਬੂਤ ਬਣ ਚੁੱਕੀ ਸੀ। ਉਹਨਾਂ ਦਾ ਕੁਝ ਦਬਦਬਾ ਵੀ ਬਣ ਚੁੱਕਾ ਸੀ। ਉਹਨਾਂ ਦਾ ਆਪਣਾ ਧਰਮ ਪ੍ਰਚਾਰ ਵੀ ਕਾਇਮ ਸੀ। ਗੁਰੂ ਹਰਗੋਬਿੰਦ ਸਾਹਿਬ ਵਕਤ ਦੀ ਸਰਕਾਰ ਨਾਲ ਟੱਕਰ ਲੈ ਕੇ ਵਿਰੋਧੀ ਫੌਜਾਂ ਨੂੰ ਕਈ ਵਾਰ ਹਾਰ ਵੀ ਦੇ ਚੁੱਕੇ ਸਨ। ਇਸ ਵਾਸਤੇ ਕਸ਼ਮੀਰੀ ਬ੍ਰਾਹਮਣ ਗੁਰੂ ਤੇਗ ਬਹਾਦਰ ਜੀ ਪਾਸ ਆਏ ਤੇ ਆਪਣੀ ਸਾਰੀ ਦੁੱਖ ਭਰੀ ਵਿਥਿਆ ਸੁਣਾਈ। ਗੁਰੂ ਜੀ ਉਹਨਾਂ ਦੀ ਇਹ ਦਰਦ ਭਰੀ ਕਹਾਣੀ ਸੁਣ ਕੇ ਦਰਵ ਗਏ ਤੇ ਸੋਚਣ ਲੱਗ ਪਏ। ਬੜੀ ਚਿੰਤਾਜਨਕ ਗੱਲ ਸੀ। ਇੱਕ ਪਾਸੇ ਬ੍ਰਾਹਮਣਾਂ ਦੀ ਇਹ ਦਸ਼ਾ ਤੇ ਦੂਜੇ ਪਾਸੇ ਔਰੰਗਜ਼ੇਬ ਦੀ ਤਾਕਤ। ਬ੍ਰਾਹਮਣਾਂ ਦੀ ਇਹ ਸਥਿਤੀ ਤੇ ਧਰਮ ਦੀ ਰੱਖਿਆ ਕਸ਼ਤਰੀ ਖੂਨ ਦੇ ਜੋਸ਼ ਦੀ ਮੰਗ ਕਰਦੀ ਸੀ ਕਿ ਮਜ਼ਲੂਮਾਂ ਦੀ ਬਾਂਹ ਫੜੀ ਜਾਏ ਤੇ ਸਹਾਇਤਾ ਕੀਤੀ ਜਾਵੇ। ਔਰੰਗਜ਼ੇਬ ਦੀ ਤਾਕਤ, ਜਬਰੀ ਜ਼ੁਲਮ ਤੇ ਹੈਂਕੜ ਚੇਤਾਵਨੀ ਦਿੰਦੇ ਸਨ ਕਿ ਇਹ ਗੱਲ ਕੋਈ ਆਸਾਨ ਨਹੀਂ ਹੈ। ਇਸੇ ਸੋਚ ਵਿਚਾਰ ਦੇ ਡੂੰਘੇ ਸਾਗਰ ਵਿੱਚ ਗੁਰੂ ਜੀ ਸਨ ਕਿ ਬਾਲ ਗੋਬਿੰਦ ਰਾਏ ਆਪਣੇ ਪਿਤਾ ਦੇ ਕੋਲ ਆਏ ਤੇ ਉਹਨਾਂ ਨੂੰ ਪੁੱਛਣ ਲੱਗੇ ਕਿ ਅੱਜ ਤੁਸੀਂ ਇਤਨੇ ਚੁੱਪ ਕਿਉਂ ਹੋ। ਪਿਤਾ ਜੀ ਨੇ ਉੱਤਰ ਦਿੱਤਾ ਕਿ ਹੁਣ ਹਿੰਦੂ ਧਰਮ ਤੇ ਦੇਸ਼ ਦੀ ਹਾਲਤ ਅਜਿਹੀ ਹੈ ਕਿ ਕਿਸੇ ਪਵਿੱਤਰ ਆਤਮਾ ਦੇ ਬਲੀਦਾਨ ਦੀ ਲੋੜ ਹੈ। ਗੋਬਿੰਦ ਰਾਏ ਜੀ ਸਹਿਜ ਸੁਭਾਅ ਹੀ ਕਿਹਾ ਕਿ ਆਪ ਜੀ ਨਾਲੋਂ ਹੋਰ ਕਿਹੜੀ ਪਵਿੱਤਰ ਆਤਮਾ ਹੈ ਜੋ ਖੱਤਰੀ ਧਰਮ ਲਈ ਆਪਣਾ ਸਿਰ ਬਲੀਦਾਨ ਕਰੇ। ਗੁਰੂ ਤੇਗ ਬਹਾਦਰ ਜੀ ਨੇ ਉੱਤਰ ਦਿੱਤਾ ਕਿ ਜੇ ਈਸ਼ਵਰ ਦੀ ਇਹੀ ਇੱਛਾ ਹੈ ਤਾਂ ਇਹੀ ਪੂਰੀ ਹੋਵੇਗੀ। ਸਿੱਖਾਂ ਦੀ ਚੜ੍ਹਦੀ ਕਲਾ ਔਰੰਗਜ਼ੇਬ ਦੀਆਂ ਅੱਖਾਂ ਵਿੱਚ ਨਿਤ ਕੰਡੇ ਵਾਂਗ ਰੜਕ ਰਹੀ ਸੀ ਤੇ ਕਸ਼ਮੀਰੀ ਬ੍ਰਾਹਮਣਾਂ ਨੂੰ ਦਿੱਤੀ ਸਹਾਇਤਾ ਨੇ ਤਾਂ ਉਸ ਨੂੰ ਆਗੀ ਲਾ ਦਿੱਤੀ। ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਤਲਬ ਕੀਤਾ। ਗੁਰੂ ਤੇਗ ਬਹਾਦਰ ਜੀ ਨੇ ਗੋਬਿੰਦ ਰਾਏ ਨੂੰ ਗੱਦੀ ਸੌਂਪ ਦਿੱਤੀ ਤੇ ਉਹਨਾਂ ਨੂੰ ਆਖਿਆ ਕਿ ਅਕਾਲ ਪੁਰਖ ਦੀ ਆਗਿਆ ਨਾਲ ਉਹ ਦਿੱਲੀ ਆਪਣਾ ਸੀਸ ਭੇਟ ਕਰਨ ਜਾ ਰਹੇ ਹਨ। ਸਾਡੀ ਦੇਹ ਨੂੰ ਰੁਲਣ ਤੋਂ ਬਚਾਉਣਾ ਤੇ ਇਸ ਦਾ ਮ੍ਰਿਤਕ ਸੰਸਕਾਰ ਕਰਨਾ। ਪੀੜਤ ਹਿੰਦੂ ਧਰਮ ਦੀ ਰੱਖਿਆ ਹੁਣ ਤੁਹਾਡੇ ਜ਼ਿੰਮੇ ਹੈ ਤੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ ਵੀ ਇਸ ਨੂੰ ਨਿਭਾਉਣਾ। ਜੋ ਕੁਝ ਗੁਰੂ ਤੇਗ ਬਹਾਦਰ ਜੀ ਨੇ ਆਦੇਸ਼ ਦਿੱਤਾ ਸੀ, ਆਖਰ ਉਹ ਕੁਝ ਹੀ ਹੋ ਕੇ ਰਿਹਾ। ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਨੇ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਤੇ ਉਹਨਾਂ ਦਾ ਸੀਸ ਇੱਕ ਰੰਗਰੇਟੇ ਸਿੱਖ ਜਿਸ ਦਾ ਨਾਮ ਭਾਈ ਜੈਤਾ ਜੀ ਸੀ, ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪਾਸ ਲੈ ਆਇਆ। ਗੁਰੂ ਜੀ ਨੇ ਪਿਤਾ ਜੀ ਦਾ ਸੀਸ ਦੇਖ ਕੇ ਇਉਂ ਆਪਣੇ ਜਜ਼ਬਾਤ ਦੱਸੇ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਧਰਮ ਹੀਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਉਹਨਾਂ ਦੇ ਸੀਸ ਦਾ ਸੰਸਕਾਰ ਕੀਤਾ ਗਿਆ। ਉਹਨਾਂ ਦੇ ਧੜ ਨੂੰ ਇੱਕ ਪ੍ਰੇਮੀ ਭਾਈ ਲੱਖੀ ਸ਼ਾਹ ਗੱਡੀ ਵਿੱਚ ਛੁਪਾ ਕੇ ਆਪਣੇ ਘਰ ਲੈ ਗਿਆ ਤੇ ਉੱਥੇ ਇਸ ਖਿਆਲ ਨਾਲ ਕਿ ਕਿਧਰੇ ਬਾਹਰ ਸੰਸਕਾਰ ਨਾਲ ਭੇਦ ਨਾ ਖੁੱਲ ਜਾਏ, ਉਸਨੇ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਜੀ ਦੇ ਧੜ ਦਾ ਸੰਸਕਾਰ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੇ ਦਿਲ ਵਿੱਚ ਜੋਸ਼ ਤੇ ਲਗਨ ਸੀ ਕਿ ਪਿਤਾ ਜੀ ਦੀ ਭਿਆਨਕ ਮੌਤ ਤੋਂ ਸਬਕ ਹਾਸਲ ਕਰਕੇ ਆਪਣੇ ਉਦੇਸ਼ ਨੂੰ ਪੂਰਾ ਕਰਨ ਵਿੱਚ ਜੁਟਿਆ ਜਾਵੇ। ਪਰ ਉਹਨਾਂ ਦੇ ਉਦੇਸ਼ ਦੀ ਪ੍ਰਾਪਤੀ ਵਿੱਚ ਸਖਤ ਕਠਿਨਾਈਆਂ ਤੇ ਰੁਕਾਵਟਾਂ ਸਨ। ਜਦੋਂ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਤੇ ਧਰਮ ਦੇ ਵੈਰੀਆਂ ਦੀ ਜੜ ਪੁੱਟਣ ਲਈ, ਦੇਸ਼ ਭਗਤੀ ਦੀ ਅਗਨੀ ਪ੍ਰਚੰਡ ਕਰਨ ਲਈ ਗੋਬਿੰਦ ਰਾਏ ਨੂੰ ਪ੍ਰੇਰਿਆ ਤੇ ਉਭਾਰਿਆ ਤਾਂ ਉਹਨਾਂ ਦੀ ਉਮਰ ਕੇਵਲ 9 ਸਾਲ ਦੀ ਸੀ। ਅਜੇ ਕੋਈ ਖਾਸ ਤਜਰਬਾ ਵੀ ਨਹੀਂ ਸੀ। ਪਿਤਾ ਜੀ ਨੇ ਨੰਨੇ ਜਿਹੇ ਦਿਲ ਵਿੱਚ ਦੇਸ਼ ਪਿਆਰ ਤੇ ਕੌਮ ਪਿਆਰ ਦੀ ਜੋਤ ਆਪਣੀ ਆਹੂਤੀ ਦੇ ਕੇ ਜਗਾ ਦਿੱਤੀ ਸੀ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕੰਮ ਬਹੁਤ ਕਠਿਨ ਤੇ ਔਖਾ ਸੀ। ਪ੍ਰਾਪਤੀ ਦੇ ਸਾਧਨ ਵੀ ਕੋਈ ਨਹੀਂ ਸਨ। ਉਹਨਾਂ ਦੇ ਹੁਕਮ ਮੰਨਣ ਵਾਲੇ ਗਰੀਬ ਸਿੱਖ ਹੀ ਸਨ
ਤੇ ਉਹ ਵੀ ਬਹੁਤ ਘੱਟ ਗਿਣਤੀ ਵਿੱਚ। ਨਾ ਕੋਈ ਜਾਗੀਰ, ਨਾ ਕੋਈ ਸੰਪਤੀ, ਨਾ ਧਨ, ਨਾ ਫੌਜ। ਜੋ ਕੁਝ ਵੀ ਕਾਰ ਭੇਟ ਕੋਈ ਸਿਦਕੀ ਸਿੱਖ ਪੇਸ਼ ਕਰਦਾ ਸੀ, ਉਸ ਨਾਲ ਮਸੀਂ ਗੁਜ਼ਾਰਾ ਹੀ ਚੱਲਦਾ ਸੀ। ਉਸ ਦੇ ਟਾਕਰੇ ਇਸਲਾਮ ਦੀ ਬੜੀ ਵੱਡੀ ਹਕੂਮਤ, ਜਿਸ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਸਨ, ਜੋ ਇੱਕ ਪਾਸੇ ਸਮੁੰਦਰ ਦੀਆਂ ਲਹਿਰਾਂ ਨੂੰ ਜਾ ਛੋਹਦੀ ਸੀ ਤੇ ਦੂਜੇ ਪਾਸੇ ਹਿਮਾਲਿਆ ਦੀਆਂ ਚੋਟੀਆਂ ਨਾਲ ਖਹਿੰਦੀ ਸੀ। ਬਰਮਾ ਦੀ ਹੱਦ ਤੱਕ ਇਸਲਾਮ ਦੀ ਤੂਤੀ ਬੋਲ ਰਹੀ ਸੀ। ਅਜਿਹੇ ਸਮੇਂ ਹੀ ਇਹ ਕਾਰਜ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਿੰਮੇ ਲੱਗਾ। ਜ਼ਮਾਨੇ ਦੇ ਚੱਕਰ ਨੇ ਇਸਲਾਮ ਦੀ ਅਜਿਹੀ ਜ਼ਾਲਮ ਤੇ ਜ਼ਬਰਦਸਤ ਤਾਕਤ ਦਾ ਟਾਕਰਾ ਇੱਕ ਇਕਾਂਤਵਾਸੀ ਤੇ ਨੁੱਕਰ ਵਿੱਚ ਟਿਕੇ ਹੋਏ ਫਕੀਰ ਨਾਲ ਕਰਾਇਆ, ਜਿਸ ਪਾਸ ਉੱਕਾ ਲੜਾਈ ਦੇ ਕੋਈ ਸਾਧਨ ਤੇ ਹਥਿਆਰ ਨਹੀਂ ਸਨ, ਪਰ ਉਸ ਉੱਪਰ ਕੁਦਰਤ ਨੂੰ ਪੂਰਨ ਭਰੋਸਾ ਤੇ ਵਿਸ਼ਵਾਸ ਸੀ। ਆਪਣੇ ਪਿਤਾ ਦੇ ਆਖਰੀ ਉਦੇਸ਼ ਤੇ ਪ੍ਰੇਮ ਸੰਦੇਸ਼ ਨੂੰ ਪੂਰਾ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਸੂਰਬੀਰ ਬਲੀ ਪੁੱਤਰ ਉਹਨਾਂ ਲਈ ਅਤਿਅੰਤ ਜ਼ਰੂਰੀ ਸੀ। ਪਰ ਕੋਈ ਰਾਹ ਨਹੀਂ, ਕੋਈ ਮਿੱਤਰ ਨਹੀਂ, ਕੋਈ ਫੌਜੀ ਸਾਜੋ ਸਮਾਨ ਨਹੀਂ, ਕੋਈ ਸਾਧਨ ਨਹੀਂ। ਆਮ ਦ੍ਰਿਸ਼ਟੀ ਤੋਂ ਤਾਂ ਪਹਾੜਾਂ ਤੇ ਕੀੜੀ ਦੇ ਮੁਕਾਬਲੇ ਵਾਲੀ ਹੀ ਗੱਲ ਸੀ। ਉਸ ਵੇਲੇ ਹਿੰਦੁਸਤਾਨ ਦੀ ਹਕੂਮਤ ਦੀ ਵਾਗਡੋਰ ਔਰੰਗਜ਼ੇਬ ਵਰਗੇ ਬੇਰਹਿਮ, ਖੂਨੀ, ਲੜਾਕੇ ਤੇ ਜ਼ਾਲਮ ਦੇ ਹੱਥਾਂ ਵਿੱਚ ਸੀ। ਉਸ ਦਾ ਟਾਕਰਾ ਕਰਨਾ ਹੈਰਾਨ ਕਰਨ ਵਾਲੀ ਗੱਲ ਸੀ, ਜੋ ਕਿ ਕੁਦਰਤ ਨੇ 9 ਸਾਲਾਂ ਦੇ ਉਸ ਬਾਲਕ ਦੁਆਰਾ ਕਰਾ ਦਿੱਤਾ, ਜਿਸ ਦੇ ਅਜੇ ਨਾ ਤਾਂ ਪਰ ਹੀ ਨਿਕਲੇ ਸਨ ਤੇ ਨਾ ਹੀ ਉਸ ਵਿੱਚ ਉਡਾਰੀ ਮਾਰਨ ਦੀ ਤਾਕਤ ਸੀ। ਫਿਰ ਵੀ ਉਹਨਾਂ ਪ੍ਰਣ ਕੀਤਾ ਅਤੇ ਇਹ ਉਦੇਸ਼ ਆਪਣੇ ਸਾਹਮਣੇ ਰੱਖਿਆ ਕਿ ਮੌਜੂਦਾ ਇਸਲਾਮੀ ਹਕੂਮਤ ਨੂੰ ਹਿੰਦੁਸਤਾਨ ਤੋਂ ਕੱਢ ਦੇਣਾ ਹੈ ਤੇ ਹਿੰਦੂਆਂ ਦੇ ਗਲੇ ਚੋਂ ਇਸਲਾਮੀ ਗੁਲਾਮੀ ਦਾ ਜੂੜਾ ਲਾ ਕੇ ਉਹਨਾਂ ਨੂੰ ਸੁਰੱਖਿਅਤ ਕਰਨਾ ਹੈ। ਉਹ ਇਸਲਾਮ ਦੇ ਦੁਸ਼ਮਣ ਨਹੀਂ ਸਨ ਤੇ ਨਾ ਹੀ ਉਹਨਾਂ ਨੂੰ ਅਜਿਹੀ ਦੁਸ਼ਮਣੀ ਤੋਂ ਕੋਈ ਵਿਸ਼ੇਸ਼ ਲਾਭ ਹੋ ਸਕਦਾ ਸੀ, ਪਰ ਉਹ ਉਹਨਾਂ ਮੁਸਲਮਾਨਾਂ ਦੇ ਵਿਰੋਧੀ ਜ਼ਰੂਰ ਸਨ ਜੋ ਮਜ਼ਹਬ ਦੀ ਆੜ ਵਿੱਚ ਜ਼ਬਰ ਤੇ ਜ਼ੁਲਮ ਕਰ ਰਹੇ ਸਨ, ਜਿਹੜੇ ਖੁਦ ਇਸਲਾਮ ਦੇ ਨਾਂ ਨੂੰ ਕਲੰਕਿਤ ਕਰ ਰਹੇ ਸਨ ਤੇ ਨਾਮ ਤਰੀਕ ਹੀ ਮੁਸਲਮਾਨ ਸਨ, ਪਰ ਜ਼ਾਲਮ, ਧਾੜਵੀ, ਵਹਿਸ਼ੀ ਤੇ ਜਾਬਰ ਸਨ। ਉਹ ਇਸਲਾਮ ਦੇ ਪ੍ਰਚਾਰ ਦੇ ਬਹਾਨੇ ਹਰ ਤਰ੍ਹਾਂ ਦੇ ਕਤਲ ਕਰਦੇ, ਹਰ ਧਰਮ ਦੀ ਤੋਹੀਨ ਕਰਦੇ ਸਨ। ਕਿਸੇ ਆਦਮੀ ਨੂੰ ਵੀ ਮਾਰਨਾ ਤੇ ਲੁੱਟਣਾ ਅਸਬਾਬ ਦਾ ਕੰਮ ਸਮਝਦੇ ਸਨ। ਅਜਿਹੇ ਦੁਸ਼ਟਾਂ ਨੂੰ ਹਿੰਦੁਸਤਾਨ ਤੋਂ ਬਾਹਰ ਕੱਢਣ ਦਾ ਉਦੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ। ਬਣਾਉਣ ਲਈ ਤਾਂ ਇਹ ਉਦੇਸ਼ ਗੁਰੂ ਜੀ ਨੇ ਬਣਾਇਆ, ਪਰ ਸਵਾਲ ਤਾਂ ਇਹ ਸੀ ਕਿ ਇਹ ਉਦੇਸ਼ ਜੋ ਗੁਰੂ ਜੀ ਨੇ ਬਣਾਇਆ ਸੀ ਉਹ ਪੂਰਾ ਕਿਵੇਂ ਕੀਤਾ ਹੋ ਜਾਵੇ। ਇਸ ਨੂੰ ਪੂਰਾ ਕਰਨਾ ਟੇਢੀ ਖੀਰ ਸੀ। ਸੋਚਿਆ ਕੋਈ ਰਾਹ ਨਹੀਂ ਸੀ ਮਿਲਦਾ। ਮਰਜ਼ ਦੀ ਤਖਸੀਸ ਤਾਂ ਗੁਰੂ ਜੀ ਨੇ ਕਰ ਲਈ, ਦਵਾਈ ਵੀ ਤਜਵੀਜ਼ ਕਰ ਲਈ, ਪਰ ਦਵਾਈ ਮਿਲਣੀ ਔਖੀ ਸੀ। ਆਖਰ ਉਹਨਾਂ ਦਵਾਈ ਟੋਲ ਲਈ ਜੋ ਉਸ ਬਿਮਾਰੀ ਲਈ ਕਾਰਗਰ ਸਾਬਤ ਹੋਈ। ਉਹ ਬਿਮਾਰੀ ਕੀ ਸੀ? ਦਵਾਈ ਕੀ ਸੀ? ਜਦੋਂ ਤੱਕ ਇਸ ਤੱਤ ਦਾ ਖੋਲ ਕੇ ਵਰਣਨ ਨਾ ਕੀਤਾ ਜਾਵੇ, ਉਸ ਵੈਦ ਗੋਵਿੰਦਾ ਦੀ ਸਿਆਣਪ, ਤਰੀਕਾ ਇਲਾਜ ਦੀ ਸਫਲਤਾ, ਦਵਾਈ ਦੀ ਤਾਸੀਰ, ਮਰਜ਼ ਦੀ ਅਵਸਥਾ ਤੇ ਸਿਹਤ ਦੀ ਪ੍ਰਾਪਤੀ ਦੀਆਂ ਖੂਬੀਆਂ ਅਤੇ ਹੱਦਾਂ, ਸਾਰੇ ਹਾਵ ਭਾਵ ਦਾ ਪਤਾ ਲੱਗਣਾ ਔਖੀ ਗੱਲ ਹੈ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਕੰਮ ਕਰਨ ਦੇ ਰਾਹ ਵਿੱਚ ਅਨੇਕਾਂ ਗੁੰਝਲਾਂ ਤੇ ਔਕੜਾਂ ਸਨ। ਉਹ ਉਸ ਵੇਲੇ ਬਚਪਨ ਪਿੱਛੇ ਛੱਡ ਕੇ ਚੜ੍ਹਦੀ ਜਵਾਨੀ ਵਿੱਚ ਕਦਮ ਰੱਖ ਰਹੇ ਸਨ। ਗੱਦੀ ਤੇ ਬਿਰਾਜਮਾਨ ਹੋਣ ਕਰਕੇ ਉਹਨਾਂ ਦੇ ਆਪਣੇ ਹੀ ਕਈ ਸ਼ਰੀਕ ਉਹਨਾਂ ਦੇ ਈਰਖਾਲੂ ਤੇ ਵਿਰੋਧੀ ਸਨ। ਸਿੱਖਾਂ ਨੂੰ ਵਕਤ ਦੀ ਸਰਕਾਰ ਸ਼ੱਕ ਦੀਆਂ ਅੱਖਾਂ ਨਾਲ ਵੇਖਦੀ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਅਜਿਹਾ ਦਿਲ ਮਿਲਿਆ ਜੋ ਸਾਰੀਆਂ ਤਕਲੀਫਾਂ ਤੇ ਮੁਸ਼ਕਲਾਂ ਨੂੰ ਤੁਛ ਸਮਝਦਾ ਸੀ ਤੇ ਕਿਸੇ ਔਕੜ ਜਾਂ ਸਖਤੀ ਤੋਂ ਕਦੇ ਨਾ ਘਾਬਰਨ ਵਾਲਾ ਅਤੇ ਨਾ ਹੀ ਭੈ ਖਾਣ ਵਾਲਾ ਸੀ।
ਕਿਸੇ ਵੀ ਦੁੱਖ ਵਿੱਚ ਉਹ ਉਦਾਸ ਹੋਣ ਵਾਲਾ ਨਹੀਂ ਸੀ। ਇਹੋ ਜਿਹਾ ਦਿਲ ਹਜ਼ਾਰਾਂ ਸਾਲਾਂ ਤੋਂ ਵੀ ਹੋਂਦ ਵਿੱਚ ਨਹੀਂ ਸੀ ਆਇਆ। ਉਸ ਦਿਲ ਨੇ ਹਿੰਦੂਆਂ ਨੂੰ ਉਭਾਰਿਆ, ਪਰ ਕੰਮ ਕਰਨ ਲਈ ਮਸਾਲਾ ਮੌਜੂਦ ਨਹੀਂ ਸੀ। ਦਿਲ ਨੇ ਪ੍ਰੇਰਿਆ, ਪਰ ਮੁਸ਼ਕਲਾਂ ਦੇ ਬੱਦਲ ਹਰ ਪਾਸੇ ਛਾਏ ਹੋਏ ਸਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾ ਦੀ ਸ਼ਹੀਦੀ ਅਤੇ ਆਪਣੀ ਕੌਮ ਉੱਪਰ ਢਾਏ ਗਏ ਜ਼ੁਲਮਾਂ ਦਾ ਇਹ ਵਜਾਨਾ ਜ਼ਾਲਮ ਨੂੰ ਦੇਣਾ ਚਾਹੁੰਦੇ ਸਨ। ਉਹਨਾਂ ਦੀ ਪੂਰੀ ਖਾਹਿਸ਼ ਸੀ ਕਿ ਮਜ਼ਲੂਮ ਹਿੰਦੂ ਕੌਮ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਬਚਾਇਆ ਜਾਵੇ। ਉਹਨਾਂ ਦੀ ਤੀਬਰ ਇੱਛਾ ਸੀ ਕਿ ਦੇਸ਼ ਤੇ ਧਰਮ ਦੀ ਕਾਇਆ ਕਲਪ ਕੀਤੀ ਜਾਵੇ। ਵਕਤ ਦੇ ਜ਼ਾਲਮ ਤੇ ਬਦਮਾਸ਼ ਹਾਕਮਾਂ ਤੋਂ ਸੁਰੱਖਿਅਤ ਕਰਕੇ ਕੌਮਾਂ ਨੂੰ ਆਜ਼ਾਦ ਕੀਤਾ ਜਾਵੇ। ਗੁਰੂ ਜੀ ਨੇ ਵਤਨ ਦੀ ਹਾਲਤ ਨੂੰ ਹਰ ਪੱਖੋਂ ਹੀ ਨਿਕੰਮਾ ਵੇਖਿਆ। ਹਮ ਵਤਨ ਵੀ ਨਿਗਰੇ ਹੋਏ, ਹਿੰਮਤ ਹਾਰੇ ਹੋਏ ਤੇ ਬੇਦਲ ਸਨ। ਉਹ ਆਪਸ ਵਿੱਚ ਖਹਿਬੜਦੇ ਤੇ ਇੱਕ ਦੂਜੇ ਦੇ ਨੁਕਸਾਨ ਵਿੱਚ ਰੁੱਝੇ ਹੋਏ, ਇੱਕ ਦੂਜੇ ਨੂੰ ਭੰਡਣ ਵਿੱਚ ਲੱਗੇ ਹੋਏ। ਇਤਫਾਕ, ਮੁਹੱਬਤ, ਪਿਆਰ ਤੋਂ ਕੋਹਾਂ ਦੂਰ ਸਨ। ਬਲਹੀਨ, ਗੈਰਤਹੀਨ, ਬੁੱਧਹੀਨ, ਅਣਖਹੀਨ, ਹਿੰਮਤਹੀਨ, ਪਿਆਰਹੀਨ, ਇੱਥੋਂ ਤੱਕ ਕਿ ਇਤਫਾਕਹੀਨ ਸਨ। ਕੋਈ ਗੱਲ ਵੀ ਅਜਿਹੀ ਨਹੀਂ ਸੀ ਦਿਸਦੀ ਜਿਸ ਦੇ ਤੁਫੈਲ ਦੇਸ਼ ਵਾਸੀਆਂ ਨੂੰ ਇਕੱਠਿਆਂ ਕਰਕੇ ਕਿਸੇ ਉਦੇਸ਼ ਲਈ ਪਰੋਤਾ ਜਾ ਸਕੇ। ਹਰ ਪਾਸੇ ਹਾਰ ਤੇ ਢਹਿੰਦੀ ਕਲਾ ਦੇ ਚਿੰਨ੍ਹ ਹੀ ਨਜ਼ਰ ਆ ਰਹੇ ਸਨ। ਹਰ ਪਾਸੇ ਹਿੰਦੂ ਜਾਤੀ ਖੁਦਗਰਜੀ ਦੀ ਨੀਂਦ ਵਿੱਚ ਘੂਕ ਸੁੱਤੀ ਪਈ ਸੀ। ਉਹਨਾਂ ਦੀ ਕੌਣ ਸੁਣਦਾ ਸੀ? ਉਹਨਾਂ ਨਾਲ ਕੌਣ ਖੜਾ ਹੋਣ ਨੂੰ ਤਿਆਰ ਸੀ? ਕਸ਼ਤਰੀ ਤਾਂ ਖੱਤਰੀ ਨਾ ਰਹੇ। ਬ੍ਰਾਹਮਣ ਦੂਜਿਆਂ ਨੂੰ ਮਿਟਾ ਕੇ ਖੁਦ ਮਿਟਦੇ ਜਾ ਰਹੇ ਸਨ। ਨਾ ਕਿਸੇ ਦੀ ਇੱਜ਼ਤ ਸੀ, ਨਾ ਕਿਸੇ ਦੀ ਪੱਤ, ਨਾ ਕਿਸੇ ਦੀ ਦੌਲਤ ਆਪਣੀ ਸੀ ਤੇ ਨਾ ਹੀ ਜਾਇਦਾਦ। ਹਰ ਪਾਸੇ ਬਦਅਮਨੀ ਸੀ ਤੇ ਖਤਰੇ ਦੀ ਤਲਵਾਰ ਹਮੇਸ਼ਾ ਸਿਰ ਤੇ ਅਟਕੀ ਰਹਿੰਦੀ ਸੀ। ਇੱਕ ਪਾਸੇ ਦੇਸ਼ ਤੇ ਕੌਮ ਦੀ ਇਹ ਹਾਲਤ ਸੀ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੇ ਜਵਾਨ ਦਿਲ ਵਿੱਚ ਦੇਸ਼ ਪਿਆਰ ਦਾ ਤੂਫਾਨ ਠਾਠਾਂ ਮਾਰ ਰਿਹਾ ਸੀ। ਧਾਰਮਿਕ ਜੋਸ਼ ਦਾ ਹੜ੍ਹ ਠੱਲਿਆ ਨਹੀਂ ਸੀ ਜਾ ਸਕਦਾ। ਦੇਸ਼ ਵਾਸੀਆਂ ਦੀ ਦੁਰਦਸ਼ਾ ਅਨੁਭਵ ਕਰਕੇ ਵੀਰ ਰਸੀ ਜੋਸ਼ ਦਾ ਪ੍ਰਚੰਡ ਹੋਣਾ ਕੁਦਰਤੀ ਸੀ। ਕੌਮੀ ਅਣਖ ਦਾ ਸਵਾਲ ਅਤੇ ਸਾਰੇ ਧਰਮੀਆਂ ਨੂੰ ਮੁਸੀਬਤਾਂ ਤੋਂ ਛੁਟਕਾਰਾ ਦਿਵਾਉਣ ਦੇ ਫੁਰਨੇ ਅਤੇ ਦੇਸ਼ ਨੂੰ ਮਲੇਸ਼ਾਂ ਤੋਂ ਸੁਤੰਤਰ ਕਰਾਉਣ ਲਈ ਉਹਨਾਂ ਦੇ ਹਿਰਦੇ ਵਿੱਚ ਤਰੰਗਾਂ ਉੱਠ ਰਹੀਆਂ ਸਨ। ਪਰ ਉਸ ਦੇ ਨਾਲ ਹੀ ਮੁਕਾਬਲੇ ਲਈ ਸਾਧਨ ਵੀ ਕੋਈ ਨਹੀਂ ਸਨ। ਨਾ ਕੋਈ ਰਾਸ ਪੂੰਜੀ, ਨਾ ਕੋਈ ਸਾਜੋ ਸਮਾਨ, ਨਾ ਕਿਸੇ ਦੀ ਮਦਦ, ਨਾ ਕੋਈ ਜ਼ਿੰਦਗੀ ਦਾ ਤਜਰਬਾ। ਹਰ ਪਾਸਿਓਂ ਸਹਾਇਤਾ ਤੇ ਮਦਦ ਖਣੋ ਮਾਯੂਸੀ ਹੀ ਮਾਯੂਸੀ ਸੀ। ਸਰੋਤਾ ਜਨੋ, ਜਰਾ ਸੋਚੋ ਤੇ ਵਿਚਾਰ ਕਰੋ ਕਿ ਨੌਜਵਾਨ ਦਿਲ ਵਿੱਚ ਕੌਮੀ ਜੋਸ਼ ਉਬਾਲੇ ਖਾ ਖਾ ਕੇ ਕਿਵੇਂ ਠੰਡਾ ਪੈ ਜਾਂਦਾ। ਜਦੋਂ ਕੌਮ ਹੀ ਨਿਰਾਸ਼ਾ ਦੀ ਖੱਡ ਵਿੱਚ ਪਈ ਹੋਵੇ, ਉਸ ਨੂੰ ਹਿੰਮਤ ਧਾਰਨ ਤੋਂ ਵਰਜਦੀ ਹੋਵੇਗੀ। ਉਸ ਦੇ ਮਨ ਦੀਆਂ ਤਰੰਗਾਂ ਉੱਠ ਉੱਠ ਕੇ ਕਿਵੇਂ ਆਪ ਮੁਹਾਰੀਆਂ ਖਿੱਲਰ ਜਾਂਦੀਆਂ ਹੋਣਗੀਆਂ ਜਦੋਂ ਆਪਣੇ ਹੀ ਦੇਸ਼ ਵਾਸੀਆਂ ਦੇ ਚਿਹਰੇ ਪੀਲੇ ਤੇ ਮੁਰਝਾਏ ਹੋਏ ਦਿਖਾਈ ਦਿੰਦੇ ਹੋਣਗੇ ਤੇ ਉਹਨਾਂ ਦੇ ਅੰਦਰੋਂ ਜੀਵਨ ਲੋਹ ਹੀ ਬੁਝਦੀ ਦਿਖਾਈ ਦਿੰਦੀ ਹੋਵੇਗੀ। ਪਰ ਨਹੀਂ, ਗੋਬਿੰਦ ਨੂੰ ਅਜਿਹਾ ਦਿਲ ਨਹੀਂ ਸੀ ਮਿਲਿਆ ਜੋ ਮੁਸੀਬਤਾਂ ਤੋਂ ਸਹਿਮ ਜਾਵੇ, ਨਾ ਉਮੀਦੀਆਂ ਤੋਂ ਘਬਰਾਏ, ਤਕਲੀਫਾਂ ਤੋਂ ਮੂੰਹ ਫੇਰੇ, ਮੁਸ਼ਕਲਾਂ ਅੱਗੇ ਝੁਕ ਜਾਏ, ਔਕੜਾਂ ਦੇ ਟਾਕਰੇ ਤੋਂ ਡਰੇ, ਨਾ ਉਮੀਦੀ ਵਿੱਚ ਢਾਹ ਢੇਰੀ ਹੋ ਜਾਏ, ਉਦਮ ਤੇ ਯਤਨ ਕਰਨ ਤੋਂ ਜੀ ਚੁਰਾਏ ਜਾਂ ਫਿਰ ਵਿਰੋਧੀਆਂ ਦੀ ਤਾਕਤ ਤੋਂ ਪੈ ਖਾਏ। ਨਾ ਨਾ, ਅਜਿਹਾ ਨਹੀਂ ਸੀ। ਗੋਬਿੰਦ ਨੇ ਡੂੰਘੀ ਵਿਚਾਰ ਨਾਲ ਸਾਰੀ ਅਸਥਿਤੀ ਨੂੰ ਸੋਚਿਆ ਤੇ ਹਰ ਪਾਸਿਓਂ ਇਸ ਨੂੰ ਕੋਖਿਆ। ਹਿੰਦੂ ਹਰ ਪੱਖੋਂ ਡਿੱਗੇ ਹੋਏ ਨਜ਼ਰ ਆਏ। ਉਹਨਾਂ ਦੇ ਸਾਹਮਣੇ ਕੁਝ ਐਸੇ ਤੱਤ ਉੱਭਰ ਕੇ ਆਏ ਜਿਨ੍ਹਾਂ ਦੇ ਹੱਲ ਕਰਨ ਨਾਲ ਹਿੰਦੂਆਂ ਦੀ ਕਾਇਆ ਕਲਪ ਹੋ ਸਕਦੀ ਸੀ। ਭਲਾ ਉਹ ਸਵਾਲ ਕਿਹੜੇ ਸਨ ਜਿਨ੍ਹਾਂ ਤੇ ਹਿੰਦੂਆਂ ਦਾ ਸੁਧਾਰ ਨਿਰਭਰ ਸੀ? ਚਲੋ ਆਓ ਕੁਛ ਉਹਨਾਂ ਸਵਾਲਾਂ ਤੇ ਆਪਾਂ ਵਿਚਾਰ ਕਰਦੇ ਹਾਂ। ਉਹ ਸਵਾਲ ਇਸ ਪ੍ਰਕਾਰ ਸਨ, ਜਿਵੇਂ ਇੱਕ ਪਰਮਾਤਮਾ ਦੀ ਭਗਤੀ ਛੱਡ ਕੇ ਜੋ ਅਣਗਿਣਤ ਦੇਵਤੇ, ਅਵਤਾਰ, ਮੂਰਤੀਆਂ, ਪਸ਼ੂਆਂ, ਮਨੁੱਖਾਂ,
ਬਨਸਪਤੀ, ਧਾਤਾਂ ਤੇ ਤੱਤਾਂ ਦੇ ਮਾਦੇ ਦੀ ਪੂਜਾ ਪ੍ਰਚਲਿਤ ਹੋ ਚੁੱਕੀ ਸੀ। ਉਸਨੇ ਕੌਮੀ ਅਣਖ ਤੇ ਕੌਮੀਅਤ ਦੇ ਤੱਤ ਨੂੰ ਨਸ਼ਟ ਕਰ ਦਿੱਤਾ ਸੀ। ਹਿੰਦੂ ਝਾੜ ਦੇ ਤੀਲਿਆਂ ਵਾਂਗ ਖਿਲਰ ਚੁੱਕੇ ਸਨ। ਸਰੀਰਕ ਤੇ ਆਤਮਿਕ ਗੁਲਾਮੀ ਦਾ ਸ਼ਿਕਾਰ ਹੋ ਕੇ ਆਪਣੀ ਹਸਤੀ ਆਪ ਹੀ ਮਿਟਾ ਰਹੇ ਸਨ। ਪ੍ਰਸ਼ਨ ਇਹ ਸੀ ਕਿ ਉਹਨਾਂ ਨੂੰ ਕਿਵੇਂ ਰੱਬ ਤੋਂ ਭੁਲਾਉਣ ਵਾਲੀ ਪੂਜਾ ਤੋਂ ਰੋਕ ਕੇ, ਅਰਥਾਤ ਬਹੁ ਪ੍ਰਕਾਰੀ ਪੂਜਾ ਤੇ ਵੇਦਾਂ ਦੀ ਖਿੱਚ ਤੋਂ ਹਟਾ ਕੇ ਕੇਵਲ ਤੇ ਕੇਵਲ ਇੱਕ ਨਿਰੰਕਾਰ ਦੇ ਰੰਗ ਵਿੱਚ ਰੰਗਿਆ ਜਾਵੇ। ਦੂਜਾ ਸਵਾਲ, ਹਿੰਦੂ ਸਰੀਰਕ, ਆਤਮਿਕ, ਇਖਲਾਕੀ, ਦਿਮਾਗੀ ਤੇ ਧਾਰਮਿਕ ਤੌਰ ਤੇ ਨਿੱਘਰਦੇ ਜਾ ਰਹੇ ਸਨ ਅਤੇ ਨਿਵਾਣ ਵੱਲ ਖਿਸਕਦੇ ਜਾ ਰਹੇ ਸਨ। ਉਹਨਾਂ ਦੀ ਇਸ ਗਿਰਾਵਟ ਦੀ ਵੱਧਦੀ ਤੇਜ਼ੀ ਨੂੰ ਰੋਕ ਕੇ ਕਿਸ ਤਰ੍ਹਾਂ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਪ੍ਰਵਿਰਤ ਕੀਤਾ ਜਾਵੇ। ਫਿਰ ਅਗਲਾ ਸਵਾਲ ਵੀ ਸਿਰ ਉਠਾ ਰਿਹਾ ਸੀ, ਉਹ ਕੀ ਕਾਰਨ ਸਨ ਜੋ ਹਿੰਦੂਆਂ ਵਿੱਚ ਫੁੱਟ, ਆਪਸੀ ਘਿਰਣਾ, ਵਿਰੋਧਤਾ, ਈਰਖਾ ਤੇ ਕਮਜ਼ੋਰੀ ਪੈਦਾ ਕਰ ਰਹੇ ਸਨ, ਤੇ ਜਿਨ੍ਹਾਂ ਨੂੰ ਦੂਰ ਕਰਕੇ ਉਹਨਾਂ ਵਿੱਚ ਸਾਂਝੀਵਾਲਤਾ ਤੇ ਭਰਾਤਰੀ ਭਾਵ ਪੈਦਾ ਕੀਤਾ ਜਾਵੇ, ਤਾਂ ਜੋ ਉਹਨਾਂ ਵਿੱਚ ਇਤਫਾਕ ਤੇ ਏਕਤਾ ਦਾ ਰਿਸ਼ਤਾ ਉਭਰੇ ਅਤੇ ਉਹ ਇੱਕ ਕੌਮ ਬਣ ਜਾਣ ਜਿਸ ਦਾ ਮੰਤਵ ਤੇ ਆਦਰਸ਼ ਵੀ ਸਾਂਝਾ ਹੋਵੇ। ਫਿਰ ਇਸਲਾਮ ਦੀ ਤਾਕਤ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ ਤੇ ਉਸ ਦੀ ਹਕੂਮਤ ਤੋਂ ਹਿੰਦੂਆਂ ਨੂੰ ਕਿਵੇਂ ਆਜ਼ਾਦ ਕਰਵਾਇਆ ਜਾਵੇ। ਭਾਵ ਇਹ ਕਿ ਹਿੰਦੂਆਂ ਨੂੰ ਇੱਕ ਦੇ ਉਪਾਸ਼ਕ ਬਣਾ ਕੇ ਇੱਕ ਸਰਬ ਸ਼ਕਤੀਮਾਨ ਪ੍ਰਮਾਤਮਾ ਨਾਲ ਜੋੜਿਆ ਜਾਵੇ ਅਤੇ ਉਹਨਾਂ ਦੇ ਗਲੇ ਚੋਂ ਇਸਲਾਮ ਦੀ ਗੁਲਾਮੀ ਦਾ ਪਟਾ ਕਿਵੇਂ ਲਾਇਆ ਜਾਵੇ। ਨਿਰਸੰਦੇਹ ਇਹਨਾਂ ਪ੍ਰਸ਼ਨਾਂ ਤੇ ਗੁਰੂ ਸਾਹਿਬ ਤੋਂ ਪਹਿਲਾਂ ਵੀ ਵਿਚਾਰ ਹੁੰਦੀ ਰਹੀ, ਪਰ ਸਿੱਟਾ ਲਾਭਦਾਇਕ ਸਿੱਧ ਨਾ ਹੋਇਆ। ਪਿੱਛੇ ਜੋ ਵੀ ਯਤਨ ਅੱਜ ਤੱਕ ਹੋਏ ਸਨ, ਉਹਨਾਂ ਨਾਲ ਆਪਸੀ ਫੁੱਟ ਤੇ ਬੇਇਤਫਾਕੀ ਦਾ ਘੇਰਾ ਕੱਟਣ ਦੀ ਥਾਂ ਵੱਧਦਾ ਹੀ ਗਿਆ। ਜੋ ਵੀ ਆਇਆ ਉਸਨੇ ਨਵਾਂ ਰਾਹ ਦੱਸਿਆ, ਨਵੀਂ ਲੀਹ ਤੋਰੀ ਤੇ ਪਹਿਲਿਆਂ ਨਾਲੋਂ ਵੱਖ ਕਰ ਦਿੱਤਾ। ਨਤੀਜਾ ਇਹ ਨਿਕਲਿਆ ਕਿ ਫਿਰਕੇ ਤੇ ਵੰਡੀਆਂ ਹਰ ਰੋਜ਼ ਵੱਧਦੀਆਂ ਗਈਆਂ। ਫਿਰ ਇੱਕ ਦੂਜੇ ਦਾ ਤਮਾਸ਼ਾ ਵੇਖਣ ਵਿੱਚ ਜੁਟ ਪਏ। ਉਹਨਾਂ ਨੂੰ ਕਦੀ ਵੀ ਸੋਚ ਨਾ ਆਈ ਕਿ ਮਿਲ ਕੇ ਕੰਮ ਕਰੀਏ। ਮਜ਼ਹਬੀ ਵਖਰੇਵੇਂ ਔਰ ਮਤਭੇਦ ਰੱਖਦਿਆਂ ਹੋਇਆਂ, ਰਾਜਸੀ ਮਤਭੇਦ ਹੁੰਦਿਆਂ ਹੋਇਆਂ ਵੀ ਸਾਂਝੇ ਜ਼ਾਲਮ ਦੁਸ਼ਮਣ ਦਾ ਟਾਕਰਾ ਮਿਲ ਕੇ ਕਰਨਾ ਤੇ ਇਸ ਦੇ ਬਾਰੇ ਸੋਚਣਾ ਕਦੀ ਵੀ ਉਹਨਾਂ ਅੰਦਰ ਬਲ ਜਾਂ ਉਤਸ਼ਾਹ ਨਾ ਆਇਆ। ਦਿਮਾਗੀ ਗੁਲਾਮੀ ਕਾਰਨ ਹਿੰਦੂ ਵੈਦਿਕ ਧਰਮ ਦੀ ਪਵਿੱਤਰ ਵਿਚਾਰਧਾਰਾ ਤੋਂ ਬਹੁਤ ਦੂਰ ਭਟਕ ਗਏ ਸਨ, ਉਹ ਵੀ ਵੱਖ-ਵੱਖ ਦਿਸ਼ਾਵਾਂ ਵੱਲ। ਇਸੇ ਲਈ ਹੀ ਮੁਸਲਮਾਨਾਂ ਨੇ ਉਹਨਾਂ ਨੂੰ ਇਕੱਲੇ-ਇਕੱਲੇ ਕਰਕੇ ਲਤਾੜਿਆ ਤੇ ਬਰਬਾਦ ਕੀਤਾ। ਕੇਵਲ ਇੰਨਾ ਹੀ ਫਰਕ ਪਿਆ ਕਿ ਜੋ ਤਮਾਸ਼ਾ ਵੇਖਣ ਵਾਲੇ ਸਨ, ਉਹਨਾਂ ਦੀ ਵਾਰੀ ਹਾਰ ਤੇ ਮਾਰ ਖਾਣ ਦੀ ਜ਼ਰਾ ਹਟ ਕੇ ਆਈ। ਕਿਸੇ ਇੱਕ ਧਾਰਮਿਕ ਵਿਚਾਰਧਾਰਾ ਵਿੱਚ ਸਭੇ ਸਾਂਝੀਵਾਲ ਨਾ ਬਣੇ। ਸਾਰੇ ਆਪਣੇ ਧਰਮਾਂ ਨੂੰ ਵੇਦਾਂ ਤੋਂ ਹੀ ਨਿਕਲੇ ਹੋਏ ਆਖਦੇ ਸਨ, ਫਿਰ ਵੀ ਇੱਕ ਦੂਜੇ ਨਾਲ ਦੁਸ਼ਮਣੀ ਤੇ ਘਿਰਣਾ ਕਰਦੇ ਸਨ। ਇਸ ਈਰਖਾ ਤੇ ਫੁੱਟ ਨੇ, ਜੋ ਦਿਮਾਗੀ ਗੁਲਾਮੀ ਦਾ ਹੀ ਸਿੱਟਾ ਸੀ, ਅੱਗੇ ਜਾ ਕੇ ਭਿਆਨਕ ਰਾਜਸੀ ਗੁਲਾਮੀ ਵਿੱਚ ਉਹਨਾਂ ਨੂੰ ਫਸਾ ਦਿੱਤਾ। ਇਸ ਰਾਜਸੀ ਗੁਲਾਮੀ ਦੇ ਕਾਰਨ ਹੀ ਕੌਮ ਦੀ ਅਜਿਹੀ ਦੁਰਦਸ਼ਾ ਹੋ ਗਈ ਕਿ ਹਿੰਦੂ ਧਰਮ ਤੇ ਇਸ ਦੇ ਨਾਲ ਸੰਬੰਧਿਤ ਹੋਰ ਕਈ ਜਾਤੀਆਂ ਦਾ ਨਾਮ ਹੀ ਸਦਾ ਲਈ ਸੰਸਾਰ ਤੋਂ ਮਿਟਣ ਵਾਲਾ ਸੀ। ਧਰਮ ਵਿੱਚ ਕੋਈ ਬਲ ਜਾਂ ਸਾਹਸ ਨਹੀਂ ਸੀ ਰਹਿ ਗਿਆ ਜਿਸ ਨਾਲ ਕਿ ਵੱਖ-ਵੱਖ ਫਿਰਕਿਆਂ ਨੂੰ ਇੱਕ ਮੁੱਠ ਤੇ ਸੰਗਠਿਤ ਕਰਕੇ ਟਾਕਰਾ ਕੀਤਾ ਜਾ ਸਕੇ। ਨਾ ਕੋਈ ਪੂੰਜੀ ਹੀ ਸੀ, ਨਾ ਹੀ ਬਾਹੂਬਲ। ਹਿੰਦੂ ਧਾਰਮਿਕ, ਸਮਾਜਿਕ ਤੇ ਇਖਲਾਕੀ ਤੌਰ ਤੇ ਵੀ ਗੁਲਾਮ ਤੇ ਮੁਹਤਾਜ ਹੋ ਚੁੱਕੀ ਸਨ। ਅਖੀਰਲੇ ਪ੍ਰਸ਼ਨ ਦਾ ਹੱਲ ਕਰਨ ਲਈ ਹਿੰਦੂਆਂ ਲਈ ਕੋਈ ਸਾਧਨ ਨਹੀਂ ਸੀ ਅਤੇ ਇਹਨਾਂ ਸਾਧਨਾਂ ਦੀ ਢੂੰਡ ਵਿੱਚ ਹੀ ਗੁਰੂ ਸਾਹਿਬ ਕਾਫੀ ਪਰੇਸ਼ਾਨ ਸਨ ਕਿ ਉਹ ਕੀ ਕਰਨ।